Hello students, welcome to this video lecture. आज ਆਪਾਂ ਮੈਟਰੋਲੋਜੀ ਐਂਡ ਇਨਸਟਰੂਮੈਂਟੇਸ਼ਨ ਦੇ ਫਸਟ ਚੈਪਟਰ ਇੰਟਰੋਡਕਸ਼ਨ ਟੂ ਮੈਟਰੋਲੋਜੀ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਡੈਫੀਨੇਸ਼ਨ ਆਫ ਮੈਟਰੋਲੋਜੀ। ਤਾਂ ਮੈਟਰੋਲੋਜੀ ਬੇਸਿਕਲੀ ਦੋ ਲੈਟਿਨ ਵਰਡਸ ਤੋਂ ਬਣਿਆ, ਮੈਟਰੋ ਐਂਡ ਲੌਗੀ। ਮੈਟਰੋ ਮੀਨਸ ਮੈਜ਼ਰਮੈਂਟ ਐਂਡ ਲੌਗੀ ਮੀਨਸ ਸਟੱਡੀ ਆਫ। ਤਾਂ ਇਸ ਤਰ੍ਹਾਂ ਮੈਟਰੋਲੋਜੀ ਨੂੰ ਡਿਫਾਈਨ ਕੀਤਾ ਜਾ ਸਕਦਾ ਐਜ਼ ਦ ਸਟੱਡੀ ਆਫ ਮੈਜ਼ਰਮੈਂਟਸ। ਹੁਣ ਇਹਦੇ ਵਿੱਚ ਆਪਾਂ ਕੀ ਕੁਝ ਸਟੱਡੀ ਕਰਦੇ ਹਾਂ ਮੈਟਰੋਲੋਜੀ ਐਜ਼ ਅ ਸਬਜੈਕਟ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਯੂਨਿਟਸ ਐਂਡ ਸਟੈਂਡਰਡ। ਕੋਈ ਵੀ ਮੈਜ਼ਰਮੈਂਟ ਆਪਾਂ ਕਰਨੀ ਹੈ ਕੀ ਉਹਦੇ ਯੂਨਿਟਸ ਹੈ, ਕੀ ਉਹਦੇ ਸਟੈਂਡਰਡਸ ਹੈ। ਨੈਕਸਟ ਇੰਸਟਰੂਮੈਂਟ ਐਂਡ ਡਿਵਾਈਸਿਸ। ਜਿਹੜੀ ਚੀਜ਼ ਆਪਾਂ ਇੰਸਟਰੂਮੈਂਟਸ ਜਾਂ ਕੋਈ ਸਕੇਲ, ਫॉर एग्जांपल ਆਪਾਂ ਸਕੇਲ ਯੂਜ਼ ਕਰਦੇ ਹਾਂ, ਬਹੁਤ ਕਾਮਨ ਜਾਂ ਤੁਸੀਂ ਹਾਲੇ ਤੱਕ ਯੂਜ਼ ਕੀਤਾ ਜਾਂ ਫਸਟ ਈਅਰ ਦੇ ਵਿੱਚ ਡਰਾਇੰਗ ਦੇ ਵਿੱਚ ਤੁਸੀਂ ਡਰਾਫਟਰ ਯੂਜ਼ ਕੀਤਾ ਹੋਵੇਗਾ। those all are instruments that we use. then ਉਹਨਾਂ ਦੇ ਕਰੈਕਟਰਸ, ਜਿਹੜੇ ਇੰਸਟਰੂਮੈਂਟਸ ਆਪਾਂ ਮੈਜ਼ਰਮੈਂਟ ਵਾਸਤੇ ਯੂਜ਼ ਕਰਦੇ ਹਾਂ ਉਹਨਾਂ ਦੇ ਕਰੈਕਟਰਿਸਟਿਕਸ ਕੀ, ਉਹਨਾਂ ਦੇ ਕਰੈਕਟਰਿਸਟਿਕਸ ਨੇ ਕੀ ਪੈਰਾਮੀਟਰਸ ਨਾਲ ਉਹਨਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ, ਇਹ ਸਾਰੀਆਂ ਚੀਜ਼ਾਂ। ਦੈਨ ਐਰਰਸ, ਜਿਹੜੇ ਮੈਜ਼ਰਮੈਂਟ 'ਚ ਆਉਂਦੇ ਆ ਅਤੇ ਉਹਨਾਂ ਦੀਆਂ ਕੀ ਰੈਮੀਡੀਜ਼ ਹੈ। ਅਤੇ ਐਂਡ ਦੇ ਵਿੱਚ ਮੈਟਰੋਲੋਜੀ ਦੇ ਵਿੱਚ ਨਵੇਂ ਮੈਥਡ ਕਿਵੇਂ ਡਿਵੈਲਪ ਕੀਤੇ ਜਾਂਦੇ ਆ। ਹੁਣ ਆਪਣੇ ਮੈਟਰੋਲੋਜੀ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਇੱਕ ਹੀ ਸਬਜੈਕਟਿਵ ਲਈ ਪੜ੍ਹੀ ਜਾਂਦੀ ਹੈ। ਤਾਂ ਓਬਜੈਕਟਿਵਸ ਆਫ ਮੈਟਰੋਲੋਜੀ, ਸਭ ਤੋਂ ਪਹਿਲਾਂ ਮੇਨਟੇਨ ਐਕੂਰੇਸੀ। ਐਕੂਰੇਸੀ ਦਾ ਮਤਲਬ ਹੁੰਦਾ ਹੈ ਕਲੋਜ਼ਨੈਸ ਟੂ ਟਰੂ ਵੈਲਿਊ। ਤਾਂ ਆਪਾਂ ਇਹ ਇਨਸ਼ੋਰ ਕਰਨਾ, ਜਦੋਂ ਆਪਾਂ ਇੰਡਸਟਰੀ ਦੇ ਵਿੱਚ ਆਪਾਂ ਮੈਟਰੋਲੋਜੀ ਨੂੰ ਯੂਜ਼ ਕਰਦੇ ਹਾਂ ਕਿ ਜਿਹੜੀ ਆਪਣੀ ਐਕੂਰੇਸੀ ਹੈ ਉਹ ਬਣੀ ਰਹੇ। ਐਕੂਰੇਸੀ ਬਣੀ ਰਹੇ ਤੋਂ ਮਤਲਬ ਜਿਹੜੇ ਆਪਣੇ ਪ੍ਰੋਡਕਟ ਬਣ ਰਹੇ ਹੈ, ਜਿਹੜੇ ਡਾਇਮੈਂਸ਼ਨਸ ਦੇ ਨਾਲ ਆਪਾਂ ਡਿਸਾਈਡ ਕੀਤੇ ਸੀ ਬਣਾਉਣੇ, ਉਹ ਉਸੇ ਡਾਇਮੈਂਸ਼ਨਸ ਦੇ ਨਾਲ ਬਣਨ। ਨੈਕਸਟ ਹੈ ਸਟੈਂਡਰਡਾਈਜੇਸ਼ਨ ਆਫ ਮੈਜ਼ਰਿੰਗ ਮੈਥਡਸ। ਜਦੋਂ ਆਪਾਂ ਕੋਈ ਮੈਜ਼ਰਮੈਂਟ ਕਰਨੀ ਹੈ ਉਹਦਾ ਇੱਕ ਫਿਕਸ ਤਰੀਕਾ ਹੋਣਾ ਚਾਹੀਦਾ ਹੈ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਉਹ ਮੈਜ਼ਰਮੈਂਟ ਕਿਤੇ ਵੀ ਹੋਵੇ ਉਹਦਾ ਜਿਹੜੀ ਰੀਡਿੰਗ ਹੈ ਉਹ ਬਿਲਕੁਲ ਸੇਮ ਆਵੇ। ਨੈਕਸਟ ਇਜ਼ ਇਵੈਲੂਏਸ਼ਨ ਆਫ ਇੰਸਟਰੂਮੈਂਟਸ। ਜਿਹੜੇ ਸਾਡੇ ਕੋਲ ਇੰਸਟਰੂਮੈਂਟ ਹੈ ਉਹਨਾਂ ਨੂੰ ਆਪਾਂ ਇਵੈਲੂਏਟ ਕਰਦੇ ਹਾਂ ਕਿ ਉਹ ਮੈਜ਼ਰਮੈਂਟ ਦੇ ਲਈ ਠੀਕ ਨੇ, ਕਿ ਉਹ ਸਾਨੂੰ ਐਕੂਰੇਟਲੀ ਰੀਡਿੰਗ ਦੇ ਸਕਣਗੇ, ਇਹ ਸਾਰੀਆਂ ਚੀਜ਼ਾਂ। ਇਵੈਲੂਏਸ਼ਨ ਆਫ ਨਿਊਲੀ ਡਿਵੈਲਪਡ ਕੰਪੋਨੈਂਟਸ। ਜਿਹੜੇ ਨਵੇਂ ਕੰਪੋਨੈਂਟ ਆਪਾਂ ਬਣਾਏ ਹੈ ਉਹਨਾਂ ਨੂੰ ਇਵੈਲੂਏਟ ਕਰਨਾ ਕਿ ਇਹਨਾਂ ਦੀ ਡਾਇਮੈਂਸ਼ਨ ਸਹੀ ਨੇ। ਡਿਜ਼ਾਈਨ ਆਫ ਗੇਜਿਸ। ਗੇਜਿਸ ਇੱਕ ਪਰਟੀਕੂਲਰ ਮੈਜ਼ਰਮੈਂਟ ਕਰਨ ਵਾਸਤੇ ਹੀ ਯੂਜ਼ ਹੁੰਦੇ ਨੇ। ਫॉर एग्जांपल ਤੁਸੀਂ 25 mm ਦੀ ਸ਼ਾਫਟ ਬਣਾਈ। ਹੁਣ 25 mm ਦੀ ਸ਼ਾਫਟ ਤੁਸੀਂ ਮਾਸ ਪ੍ਰੋਡਕਸ਼ਨ ਦੇ ਵਿੱਚ ਬਣਾ ਰਹੇ ਹੋ, 100 ਪੀਸਿਸ ਬਣਾ ਰਹੇ ਹੋ ਜਾਂ 1000 ਪੀਸਿਸ ਬਣਾ ਰਹੇ ਹੋ। ਹੁਣ ਤੁਸੀਂ ਉਹਦੇ ਲਈ ਹਰੇਕ ਸ਼ਾਫਟ ਦਾ ਡਾਇਆਮੀਟਰ ਤਾਂ ਚੈੱਕ ਕਰ ਨਹੀਂ ਸਕਦੇ, ਉਹ ਵੀ ਸਾਰੇ ਕਿਤੇ ਤੁਸੀਂ ਬਿਲਕੁਲ ਵੀ ਨਹੀਂ ਕਰ ਸਕਦੇ। ਸੋ ਵਾਟ ਯੂ ਵਿਲ ਡੂ ਇਜ਼ ਕਿ ਤੁਸੀਂ ਇੱਕ ਰਿੰਗ ਬਣਾ ਲਓਗੇ, ਠੀਕ ਹੈ, ਜਿਹਦਾ ਇੰਟਰਨਲ ਡਾਇਆਮੀਟਰ ਹੋਊਗਾ 25 mm। ਤਾਂ ਜੇ ਤਾਂ ਪੂਰੀ ਦੀ ਪੂਰੀ ਸ਼ਾਫਟ ਉਸ ਰਿੰਗ 'ਚੋਂ ਪਾਸ ਹੋਗੀ ਤਾਂ ਆਪਾਂ ਕਹਿ ਦਾਂਗੇ ਇਹਦੀ ਡਾਇਮੈਂਸ਼ਨ ਸ਼ਾਫਟ ਦੀ ਸਹੀ ਹੈ, ਅਦਰਵਾਈਜ਼ ਆਪਾਂ ਕਹਿ ਦਾਂਗੇ ਕਿ ਇਹਦੀ ਡਾਇਮੈਂਸ਼ਨ ਸਹੀ ਨਹੀਂ ਹੈ। ਤਾਂ ਜਿਹੜਾ ਉਹ ਰਿੰਗ ਬਣੀ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਰਿੰਗ ਗੇਜ। ਨੈਕਸਟ ਐਨਾਲਾਈਜ਼ ਐਂਡ ਸੋਲਵ ਦਾ ਪ੍ਰੋਬਲਮਸ ਰਿਲੇਟਿਡ ਟੂ ਇੰਸਪੈਕਸ਼ਨ। ਜਿਵੇਂ ਮੈਂ ਆਪਾਂ ਗੇਜ ਦੀ ਉੱਪਰ ਐਗਜ਼ਾਮਪਲ ਲਈ, ਇਹ ਇੱਕ ਟਾਈਪ ਦੀ ਇੰਸਪੈਕਸ਼ਨ ਹੀ ਹੈ। ਕਿੱਥੇ ਤੁਸੀਂ ਇੱਕ ਸ਼ਾਫਟ ਦਾ ਡਾਇਆਮੀਟਰ ਚੈੱਕ ਕਰਨਾ ਸੀ ਅਤੇ ਕੰਮ ਨੂੰ ਆਸਾਨ ਹੋ ਗਿਆ ਬਹੁਤ ਜਦੋਂ ਤੁਸੀਂ ਇੱਕ ਰਿੰਗ ਗੇਜ ਯੂਜ਼ ਕਰ ਲਿਆ। ਤਾਂ ਇਹਦੇ ਨਾਲ ਐਨਾਲਾਈਜ਼ ਐਂਡ ਸੋਲਵ ਪ੍ਰੋਬਲਮ ਰਿਲੇਟਿਡ ਟੂ ਇੰਸਪੈਕਸ਼ਨ, ਇਹ ਮੈਟਰੋਲੋਜੀ ਦੇ ਓਬਜੈਕਟਿਵਸ ਹੈ। ਨਾਓ ਵਾਟ ਇਜ਼ ਦ ਇੰਪੋਰਟੈਂਸ ਆਫ ਮੈਟਰੋਲੋਜੀ? ਡਿਜ਼ਾਇਰਡ ਐਕੂਰੇਸੀ ਐਟ ਆਪਟੀਮਲ ਕੋਸਟ। ਹੁਣ ਦੇਖੋ, ਜਦੋਂ ਵੀ ਆਪਾਂ ਕੋਈ ਵੀ ਪ੍ਰੋਡਕਟ ਬਣਾਉਂਦੇ ਹਾਂ ਉਹ ਸੇਮ ਐਕੂਰੇਸੀ ਦਾ ਕਦੇ ਵੀ ਸੇਮ ਡਾਇਮੈਂਸ਼ਨ ਦਾ ਬਣਾਉਣਾ ਉਹਨੂੰ ਬਹੁਤ ਔਖਾ ਹੈ। ਫॉर एग्जांपल ਜੇ ਤੁਸੀਂ 25 mm ਦੀ ਸ਼ਾਫਟ ਬਣਾਉਣੀ ਹੈ ਤਾਂ ਉਹ ਕਦੇ ਵੀ ਐਗਜ਼ੈਕਟ 25 mm ਦੀ ਨਹੀਂ ਬਣੂਗੀ। ਐਟਲੀਸਟ 100 ਪੀਸਿਸ ਜੇ ਬਣਾ ਰਹੇ ਹੋ ਤਾਂ ਉਹ 100 ਦੇ 100 ਪੀਸਿਸ 25 mm ਦੇ ਹੋਣ, ਇਹ ਪੋਸੀਬਲ ਨਹੀਂ ਹੈ। ਤਾਂ ਇਨ ਦੈਟ ਕੇਸ ਆਪਾਂ ਨੂੰ ਟੋਲਰੈਂਸ ਦੇਣੀ ਪੈਂਦੀ ਹੈ। ਟੋਲਰੈਂਸ ਦਾ ਕੀ ਮਤਲਬ ਹੈ? ਇੱਕ ਰੇਂਜ ਦੇ ਦਿੰਦੇ ਹਾਂ ਵੀ ਘੱਟ ਤੋਂ ਘੱਟ ਡਾਇਆਮੀਟਰ ਸ਼ਾਫਟ ਦਾ ਇੰਨਾ, ਵੱਧ ਤੋਂ ਵੱਧ ਡਾਇਆਮੀਟਰ ਇੰਨਾ।
ਸੇ ਤੁਸੀਂ ਪਲੱਸ ਮਾਈਨਸ 0.05 mm ਦੇ ਦਿੱਤੀ ਟੋਲਰੈਂਸ, ਤਾਂ ਇਹਦਾ ਮਤਲਬ ਕੀ ਹੋਇਆ ਵੀ ਜਿਹੜੀ ਸ਼ਾਫਟ ਹੈ ਉਹ 24.95 mm ਤੋਂ ਲੈ ਕੇ 25.05 mm ਤੱਕ ਦੀ ਹੋ ਸਕਦੀ ਹੈ। ਤਾਂ ਤੁਹਾਡੀ ਐਕੂਰੇਸੀ ਹੈ ਉਹ ਡਿਜ਼ਾਇਰਡ ਹੈ, ਅਤੇ ਉਹਦੇ ਲਈ ਜਿਹੜੀ ਕੋਸਟ ਹੈ ਤੁਸੀਂ ਉਹਦੇ ਨਾਲ ਸੂਟੇਬਲ ਟੂਲਿੰਗ ਜਾਂ ਜਿਹੜੀ ਸਭ ਤੋਂ ਚੀਪ ਟੂਲਿੰਗ ਜੋ ਤੁਹਾਨੂੰ ਇਸ ਟੋਲਰੈਂਸ ਦੇ ਵਿੱਚ ਸ਼ਾਫਟਸ ਬਣਾ ਕੇ ਦੇਵੇ ਉਹ ਸਿਲੈਕਟ ਕਰ ਸਕਦੇ ਹੋ। ਸਟੈਂਡਰਡਾਈਜੇਸ਼ਨ ਦਾ ਮਤਲਬ ਹੈ ਵੀ ਜਿਹੜਾ ਤੁਹਾਡਾ ਪ੍ਰੋਡਕਟ ਬਣਿਆ ਉਹ ਇੱਕ ਸਟੈਂਡਰਡ ਦਾ ਹੈ। ਜਿਹੜਾ ਕਿਸੇ ਵੀ ਪ੍ਰੋਡਕਟ ਦਾ ਸਟੈਂਡਰਡ ਹੈ ਉਹ ਆਪਾਂ ਅੱਗੇ ਵੀ ਗੱਲ ਕਰਾਂਗੇ ਬਿਊਰੋ ਆਫ ਇੰਡੀਅਨ ਸਟੈਂਡਰਡਸ ਦਿੰਦਾ। ਤਾਂ ਜਦੋਂ ਆਪਾਂ ਮੈਟਰੋਲੋਜੀ ਯੂਜ਼ ਕਰਦੇ ਹਾਂ ਤਾਂ ਉਦੋਂ ਆਪਾਂ ਹਰੇਕ ਚੀਜ਼ ਵਾਸਤੇ ਇੱਕ ਸਟੈਂਡਰਡ ਸੈੱਟ ਕਰ ਸਕਦੇ ਹਾਂ। ਨੈਕਸਟ, ਇਵੈਲੂਏਸ਼ਨ ਆਫ ਨਿਊਲੀ ਡਿਵੈਲਪਡ ਕੰਪੋਨੈਂਟਸ ਐਂਡ ਓਵਰਆਲ ਕੁਆਲਿਟੀ ਕੰਟਰੋਲ। ਜੇ ਆਪਾਂ ਮੈਟਰੋਲੋਜੀ ਇੰਡਸਟਰੀ ਦੇ ਵਿੱਚ ਯੂਜ਼ ਕਰਦੇ ਹਾਂ ਤਾਂ ਆਪਾਂ ਸਾਰੇ ਆਬਜੈਕਟਿਵਸ ਅਚੀਵ ਕਰ ਸਕਦੇ ਹਾਂ। ਨਾਓ ਟਾਈਪਸ ਆਫ ਮੈਟਰੋਲੋਜੀ: ਲੀਗਲ ਔਰ ਸਾਇੰਟਿਫਿਕ ਮੈਟਰੋਲੋਜੀ and deterministic or more commonly caused as industrial metrology। ਲੀਗਲ ਮੈਟਰੋਲੋਜੀ ਕੀ ਹੁੰਦਾ ਹੈ? ਜਿਹੜਾ ਵੀ ਕੋਈ ਕੰਮ ਰਿਸਰਚ ਪਰਪਸ ਵਾਸਤੇ ਹੁੰਦਾ ਹੈ, ਬੀ ਇਟ ਡਿਵੈਲਪਮੈਂਟ ਆਫ ਨਿਊ ਮੈਜ਼ਰਮੈਂਟ ਸਿਸਟਮ ਜਾਂ ਹਿਊਮਨ ਹੈਲਥ ਨੂੰ ਮੈਜ਼ਰ ਕਰਨਾ ਹੈ, ਜਾਂ ਕੁਛ ਵੀ ਇੱਦਾਂ ਦਾ ਜਿਹੜਾ ਕੰਮ ਪਹਿਲਾਂ ਨਹੀਂ ਹੋਇਆ ਵਾ ਰਿਸਰਚ ਦੇ ਫੀਲਡ ਦੇ ਵਿੱਚ ਮੈਟਰੋਲੋਜੀ ਦੇ ਅੰਦਰ, ਉਹਨੂੰ ਆਪਾਂ ਲੀਗਲ ਮੈਟਰੋਲੋਜੀ ਕਹਿ ਦਿੰਦੇ ਹਾਂ। ਆਲਸੋ ਜੇ ਕਿਤੇ ਕੋਈ ਡਿਸਪਿਊਟ ਆਉਂਦਾ ਹੈ ਦੋ ਪਾਰਟੀਜ਼ ਦੇ ਵਿੱਚ, ਤਾਂ ਉਹਦੇ ਲਈ ਜਿਹੜੀ ਮੈਟਰੋਲੋਜੀ ਦੀ ਬ੍ਰਾਂਚ ਉਹਨੂੰ ਹੈਂਡਲ ਕਰਦੀ ਹੈ ਉਹਨੂੰ ਕਹਿੰਦੇ ਲੀਗਲ ਮੈਟਰੋਲੋਜੀ। ਇੰਡਸਟਰੀਅਲ ਮੈਟਰੋਲੋਜੀ ਕੀ ਹੁੰਦੀ ਹੈ? ਜੋ ਆਲਰੇਡੀ ਪ੍ਰੂਵਨ ਮੈਥਡਸ ਹੈਗੇ ਹੈ, ਜਦੋਂ ਆਪਾਂ ਨੂੰ ਇੰਡਸਟਰੀ ਦੇ ਵਿੱਚ ਯੂਜ਼ ਕਰਦੇ ਹਾਂ ਫॉर ਮੈਨੂਫੈਕਚਰਿੰਗ ਜਾਂ ਕਿਤੇ ਵੀ ਹੋਰ ਯੂਜ਼ ਕਰਦੇ ਹਾਂ ਤਾਂ ਉਹਨੂੰ ਇੰਡਸਟਰੀਅਲ ਮੈਟਰੋਲੋਜੀ ਕਿਹਾ ਜਾਂਦਾ ਹੈ। ਤਾਂ ਬੇਸਿਕਲੀ ਇੰਡਸਟਰੀਅਲ ਮੈਟਰੋਲੋਜੀ ਜਿਹੜੀਆਂ ਆਲਰੇਡੀ ਮੈਟਰੋਲੋਜੀ ਦੀਆਂ ਪ੍ਰੋਸੈਸਿਸ ਬਣੀਆਂ ਹੋਈਆਂ ਉਹਨਾਂ ਦੇ ਨਾਲ ਡੀਲ ਕਰਦੀ ਹੈ। ਦੈਨ ਆ ਗਿਆ ਸਟੈਂਡਰਡਸ ਆਫ ਮੈਜ਼ਰਮੈਂਟ। ਹੁਣ ਮੈਜ਼ਰਮੈਂਟਸ ਕਰਨ ਦੇ ਕੁਝ ਸਟੈਂਡਰਡਸ ਹੈ ਜਿਨ੍ਹਾਂ ਸਟੈਂਡਰਡਸ ਦੇ ਤਹਿਤ ਮੈਜ਼ਰਮੈਂਟ ਕੀਤੀ ਜਾਂਦੀ ਹੈ। ਇਹ ਹੈਗੇ ਲਾਈਨ ਸਟੈਂਡਰਡ, ਐਂਡ ਸਟੈਂਡਰਡ ਅਤੇ ਵੇਵਲੈਂਥ ਸਟੈਂਡਰਡ। ਹੁਣ ਆਪਾਂ ਇਹਨਾਂ ਤਿੰਨੋਂ ਸਟੈਂਡਰਡਸ ਨੂੰ ਇੱਕ ਇੱਕ ਕਰਕੇ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਆ ਗਿਆ ਲਾਈਨ ਸਟੈਂਡਰਡਸ। ਲਾਈਨ ਸਟੈਂਡਰਡ ਜੋ ਪੈਰਲਲ ਲਾਈਨਸ ਦੇ ਵਿੱਚ ਮੈਜ਼ਰਮੈਂਟ ਕਰਦਾ ਹੈ। ਇਹਦੀ ਐਗਜ਼ਾਮਪਲ ਸਭ ਤੋਂ ਕਾਮਨ ਹੈਗੀ ਜਿਹੜਾ ਤੁਸੀਂ ਸਕੇਲ ਯੂਜ਼ ਕਰਦੇ ਹੋ। ਸਕੇਲ ਲਈ ਟੈਕਨੀਕਲ ਟਰਮ ਕੀ ਯੂਜ਼ ਹੁੰਦਾ ਹੈ? ਰੂਲ। ਤਾਂ ਸਟੀਲ ਰੂਲ ਕੀ ਹੋ ਗਿਆ? ਜੋ ਤੁਸੀਂ ਸਟੀਲ ਦਾ ਸਕੇਲ ਯੂਜ਼ ਕਰਦੇ ਹੋ। ਹੁਣ ਇਸ ਆਪਾਂ ਨੂੰ ਪਤਾ ਹੈ ਆਪਾਂ ਇੱਕ ਜ਼ੀਰੋ ਹੁੰਦਾ ਉੱਥੇ ਇੱਕ ਵਰਟੀਕਲ ਲਾਈਨ ਲੱਗੀ ਹੁੰਦੀ ਹੈ ਸਕੇਲ ਦਾ, ਠੀਕ ਹੈ। ਤਾਂ ਉੱਥੋਂ ਆਪਾਂ ਲਾਈਨ ਲਗਾਉਣੀ ਸ਼ੁਰੂ ਕਰਦੇ ਹਾਂ। ਤਾਂ ਸੇ 5 ਸੈਂਟੀਮੀਟਰ ਦੀ ਲਾਈਨ ਲਗਾਉਣੀ ਹੈ ਤਾਂ ਆਪਾਂ 5 ਸੈਂਟੀਮੀਟਰ ਵਾਲੀ ਵਰਟੀਕਲ ਲਾਈਨ ਤੱਕ ਇੱਕ ਲਾਈਨ ਡਰਾ ਕਰ ਦਿੰਦੇ ਹਾਂ। ਤਾਂ ਇਸ 'ਚ ਜਿਹੜੀ ਮੇਜਰਮੈਂਟ ਹੈ ਉਹ ਬਿਟਵੀਨ ਟੂ ਪੈਰਲਲ ਲਾਈਨਸ ਹੋ ਰਹੀ ਹੈ, ਤਾਂ ਕਰਕੇ ਇਹਨੂੰ ਕਿਹਾ ਜਾਂਦਾ ਲਾਈਨ ਸਟੈਂਡਰਡ। ਐਡਵਾਂਟੇਜਸ ਕੀ ਹੈ ਇਹਦੇ? ਬਹੁਤ ਈਜ਼ੀ ਹੈ। ਜਿਹੜਾ ਇਹਦਾ ਲਾਈਨ ਮੈਜਰਮੈਂਟ ਦੇ ਇੰਸਟਰੂਮੈਂਟਸ ਹੁੰਦੇ ਆ ਉਹ ਵੀ ਬਹੁਤ ਚੀਪ ਹੈ। ਇਹਦੀਆਂ ਡਿਸਐਡਵਾਂਟੇਜਸ ਕੀ ਹੈ? ਐਕੂਰੇਸੀ ਇਹਦੀ ਕਾफ़ੀ ਘੱਟ ਹੈ, ਕਿਉਂਕਿ ਪੈਰਲਲ ਲਾਈਨਸ ਨੂੰ ਜਦੋਂ ਆਪਾਂ ਦੇਖਦੇ ਹਾਂ ਥੋੜ੍ਹਾ ਜਿਹਾ ਵੀ ਆਪਾਂ ਬਿਲਕੁਲ ਟੌਪ ਤੋਂ ਦੇਖਣਾ ਇਹਨੂੰ ਸਕੇਲ ਨੂੰ, ਜੇ ਥੋੜ੍ਹਾ ਜਿਹਾ ਵੀ ਸਾਈਡ ਤੋਂ ਦੇਖਦੇ ਹਾਂ ਤਾਂ ਆਪਣੇ ਐਰਰ ਦੇ ਚਾਂਸਿਸ, ਪੈਰਾਲੈਕਸ ਐਰਰ ਜਨਰੇਟ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਨਾਓ ਇਹਨੂੰ ਕਿਵੇਂ ਕਿ ਸ਼ੁਰੂਆਤ ਕਿਵੇਂ ਹੋਈ? ਇੱਕ ਇਹੋ ਜਿਹਾ ਮੈਟਲ 90% ਪਲੈਟੀਨਮ ਅਤੇ 10% ਇਰੀਡੀਅਮ ਲੈ ਕੇ ਇੱਕ ਇੰਟਰਨੈਸ਼ਨਲ ਸਟੈਂਡਰਡ ਪ੍ਰੋਟੋਟਾਈਪ ਮੀਟਰ ਬਣਾ ਲਿਆ ਗਿਆ, ਠੀਕ ਹੈ। ਇਹ ਪਰਟੀਕੂਲਰ ਅਲੋਏ ਇਸ ਲਈ ਸਿਲੈਕਟ ਕੀਤਾ ਗਿਆ ਕਿਉਂਕਿ ਇਹਦਾ ਥਰਮਲ ਕੋਫੀਸ਼ੀਐਂਟ ਆਫ ਐਕਸਪੈਂਸ਼ਨ ਹੈਗਾ ਉਹ ਬਹੁਤ ਘੱਟ ਸੀਗਾ। ਤਾਂ ਉਹ ਕਿਉਂ ਘੱਟ ਚਾਹੀਦਾ ਹੈ? ਤਾਂ ਕਿ ਇਹ ਡਿਸਟੋਰਟ ਨਾ ਕਰੇ। ਸਟਰੈਂਥ ਆਫ ਮਟੀਰੀਅਲਸ ਦੇ ਅੰਦਰ ਤੁਸੀਂ ਪੜ੍ਹੋਗੇ ਕਿ ਕੋਈ ਵੀ ਮੈਟਲ ਹੈ ਜਦੋਂ ਉਹਦਾ ਟੈਂਪਰੇਚਰ ਇਨਕਰੀਜ਼ ਹੁੰਦਾ ਤਾਂ ਉਹ ਐਕਸਪੈਂਡ ਕਰਦਾ, ਅਤੇ ਜਦੋਂ ਉਹਦਾ ਟੈਂਪਰੇਚਰ ਡਾਊਨ ਕੀਤਾ ਜਾਂਦਾ, ਡਿਕਰੀਜ਼ ਕੀਤਾ ਜਾਂਦਾ, ਉਹ ਕੰਟਰੈਕਟ ਕਰਦਾ। ਚਾਹੇ ਉਹ ਜਿਹੜੀ ਇਨਕਰੀਜ਼ ਜਾਂ ਡਿਕਰੀਜ਼ ਹੈ ਉਹ ਬਹੁਤ ਕਹਿ ਸਕਦੇ ਹੋ ਕਿ ਮਾਈਕਰੋਨਸ ਦੇ ਵਿੱਚ ਹੁੰਦੀ ਹੈ। ਆ ਮਾਈਕਰੋਨ ਇਜ਼ 1/1000th ਪਾਰਟ ਆਫ ਅ ਮੀਟਰ। ਇੱਕ
ਜਾਂ ਫਿਰ 1 ਮਿਲੀਮੀਟਰ ਦਾ 1000th ਪਾਰਟ 1 ਮਾਈਕਰੋਨ ਹੁੰਦਾ। ਤਾਂ ਜਿਹੜਾ ਤੁਹਾਡਾ ਕੋਈ ਵੀ ਮੈਟੈਲਿਕ ਸਕੇਲ ਹੈ ਉਹ ਟੈਂਪਰੇਚਰ ਚੇਂਜ ਦੇ ਨਾਲ ਉਹਦੀ ਲੈਂਥ ਚੇਂਜ ਹੁੰਦੀ ਹੈ, ਚਾਹੇ ਮਾਈਕਰੋਨਸ ਦੇ ਵਿੱਚ ਹੀ ਹੁੰਦੀ ਹੈ। ਪਰ ਜਦੋਂ ਰਿਸਰਚ ਪਰਪਸ ਦੀ ਗੱਲ ਹੁੰਦੀ ਹੈ ਉਦੋਂ ਮਾਈਕਰੋਨਸ ਦੇ ਵਿੱਚ ਜਿਹੜੀ ਚੇਂਜ ਇਨ ਲੈਂਥ ਹੈ ਉਹ ਵੀ ਬਹੁਤ ਮਾਇਨੇ ਰੱਖਦੀ ਹੈ। ਤਾਂ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਪ੍ਰੋਟੋਟਾਈਪ ਮੀਟਰ ਰੱਖਿਆ ਗਿਆ ਸੀ ਉਹ ਇੱਕ ਪਰਟੀਕੂਲਰ ਸੈਕਸ਼ਨ ਜਿੱਦਾਂ ਕਿ ਤੁਸੀਂ ਇਸ ਨਾਲ ਬਣੀ ਹੋਈ ਆ ਫਿਗਰ 'ਚ ਦੇਖ ਸਕਦੇ ਹੋ, ਇਸ ਕ੍ਰਾਸ ਸੈਕਸ਼ਨ ਦਾ ਮੀਟਰ ਬਣਾ ਕੇ ਐਕਸ ਸ਼ੇਪ ਦਾ ਇਹਨੂੰ ਇੱਕ 에ਅਰ ਕੰਡੀਸ਼ਨ ਰੂਮ ਦੇ ਵਿੱਚ ਰੱਖਿਆ ਗਿਆ ਤਾਂ ਕਿ ਇਹਦੀ ਲੈਂਥ ਚੇਂਜ ਨਾ ਹੋਵੇ। ਤਾਂ ਇਹ ਬਹੁਤ ਪੁਰਾਣੀ ਗੱਲ ਹੈ। ਉਸ ਤੋਂ ਬਾਅਦ ਸਟੈਂਡਰਡਸ ਇਵੋਲਵ ਹੁੰਦੇ ਗਏ। ਨੈਕਸਟ ਆ ਗਿਆ ਆਪਣੇ ਕੋਲ ਐਂਡ ਸਟੈਂਡਰਡ। ਐਂਡ ਸਟੈਂਡਰਡ ਦੇ ਵਿੱਚ ਕੀ ਹੁੰਦਾ, ਜਿਹੜਾ ਆਪਣਾ ਲੀਨੀਅਰ ਮੈਜ਼ਰਮੈਂਟ ਹੁੰਦੀ ਹੈ ਉਹ ਹੁੰਦੀ ਹੈ ਬਿਟਵੀਨ ਟੂ ਪੈਰਲਲ ਸਰਫੇਸਿਸ। ਇਹਦੀ ਐਗਜ਼ਾਮਪਲ ਤੁਸੀਂ ਸਾਰਿਆਂ ਨੇ ਫਿਜ਼ਿਕਸ ਲੈਬ ਦੇ ਅੰਦਰ ਵਰਨੀਅਰ ਕੈਲੀਪਰ ਤੇ ਮਾਈਕਰੋਮੀਟਰ ਮੋਸਟ ਪ੍ਰੋਬੇਬਲੀ ਯੂਜ਼ ਕੀਤਾ ਹੋਵੇਗਾ। ਤਾਂ ਉਸ ਕਿਹਦੀ ਐਗਜ਼ਾਮਪਲ ਹੈ, ਐਂਡ ਸਟੈਂਡਰਡ ਦੀ। ਮੈਜ਼ਰਮੈਂਟ ਕਿਹਦੇ ਵਿੱਚ ਜੋ ਹੁੰਦੀ ਹੈ, ਦੋ ਪੈਰਲਲ ਤੇ ਫਲੈਟ ਸਰਫੇਸਿਸ ਦੇ ਵਿੱਚ। ਐਗਜ਼ਾਮਪਲ ਕੀ ਹੈ ਇਹਦੀ, ਵਰਨੀਅਰ ਕੈਲੀਪਰ ਤੇ ਮਾਈਕਰੋਮੀਟਰ। ਇਹਦੇ ਵਿੱਚ ਹਾਈ ਐਕੂਰੇਸੀ ਆਪਾਂ obtain ਕਰ ਸਕਦੇ ਹਾਂ, ਐਰਰਸ ਦੇ ਚਾਂਸਸ ਬਹੁਤ ਹੀ ਘੱਟ ਹੈ। ਤੇ ਡਿਸਐਡਵਾਂਟੇਜਸ ਦੇ ਵਿੱਚ ਇਹ ਥੋੜ੍ਹਾ ਕਾਸਟਲੀ ਆ ਜਾਂਦਾ ਹੈ ਤੇ ਇਹਦੇ ਮੈਜ਼ਰਿੰਗ ਸਰਫੇਸਿਸ ਨੂੰ ਬਚਾ ਕੇ ਰੱਖਣਾ ਪੈਂਦਾ। ਮੰਨ ਲਓ ਜਿਹੜੀ ਉਹ ਫਲੈਟਨੈਸ ਹੈ ਮੈਜ਼ਰਿੰਗ ਸਰਫੇਸ ਦੀ, ਜੇ ਉਹ ਚਲੀ ਜਾਂਦੀ ਹੈ ਤਾਂ ਆਪਣੀ ਐਕੂਰੇਸੀ ਇਸ ਦੀ ਖਤਮ ਹੋ ਜਾਏਗੀ ਐਂਡ ਸਟੈਂਡਰਡ ਵਾਲੇ ਇੰਸਟਰੂਮੈਂਟ ਦੀ। ਨੈਕਸਟ ਹੈਗਾ ਵੇਵਲੈਂਥ ਸਟੈਂਡਰਡ। ਜਦੋਂ ਮੈਜ਼ਰਮੈਂਟਸ ਦੇ ਮਤਲਬ ਇੰਟਰਨੈਸ਼ਨਲ, ਤੁਹਾਨੂੰ ਦੱਸਿਆ ਜਿੱਦਾਂ 19th ਸੈਂਚੁਰੀ ਦੇ ਵਿੱਚ ਇੰਟਰਨੈਸ਼ਨਲ ਪ੍ਰੋਟੋਟਾਈਪ ਮੀਟਰ ਇੱਕ ਬਣਾਇਆ ਗਿਆ। ਉਸ ਤੋਂ ਬਾਅਦ 1930s ਦੇ ਅਰਾਊਂਡ ਇੱਕ ਵੇਵਲੈਂਥ ਸਟੈਂਡਰਡ ਆਏ। ਇਹਨਾਂ ਨੇ ਇੱਕ ਮੋਨੋਕ੍ਰੋਮੈਟਿਕ ਲਾਈਟ ਲਈ। ਮੋਨੋਕ੍ਰੋਮੈਟਿਕ ਲਾਈਟ ਲੈ ਕੇ ਉਹਦੀ ਵੇਵਲੈਂਥ ਦੇ ਵਿੱਚ ਲਾਈਟ ਨੂੰ ਮੈਜ਼ਰ ਕੀਤਾ। ਠੀਕ ਹੈ, ਤਾਂ ਜਦੋਂ ਵੇਵਲੈਂਥ ਦੇ ਨਾਲ ਉਹਨੂੰ ਮੈਜ਼ਰ ਕੀਤਾ ਤਾਂ ਇਹ ਹਰੇਕ ਵੇਵਲੈਂਥ ਦੇ ਹਿਸਾਬ ਨਾਲ ਉਹਦਾ ਦੱਸ ਦਿੱਤਾ ਗਿਆ ਕਿ ਇਸ ਲਾਈਟ ਦੀ ਇੰਨੀਆਂ ਵੇਵਲੈਂਥ 1 ਸੈਂਟੀਮੀਟਰ 1 ਮੀਟਰ ਬਣਾਉਂਦੀ ਹੈ। ਅੱਜ ਕੱਲ੍ਹ ਜਿਹੜਾ ਕਰੰਟਲੀ ਸਟੈਂਡਰਡ ਯੂਜ਼ ਹੋ ਰਿਹਾ ਹੈਗਾ ਉਹ ਹੈਗਾ 3 × 10⁻⁹ ਸੈਕਿੰਡਸ ਦੇ ਵਿੱਚ ਲਾਈਟ ਜਿੰਨਾ ਡਿਸਟੈਂਸ ਟਰੈਵਲ ਕਰਦੀ ਹੈ ਉਹਨੂੰ 1 ਮੀਟਰ ਕਹਿ ਦਿੱਤਾ ਜਾਂਦਾ। ਤਾਂ ਹੁਣ ਇਹ ਕੰਪੈਰੀਜ਼ਨ ਆ ਗਿਆ ਲਾਈਨ ਐਂਡ ਤੇ ਵੇਵਲੈਂਥ ਸਟੈਂਡਰਡ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਐਕੂਰੇਸੀ ਹਾਈਐਸਟ ਹੈਗੀ ਹੈ ਵੇਵਲੈਂਥ ਸਟੈਂਡਰਡ ਦੇ ਵਿੱਚ। ਉਸ ਤੋਂ ਬਾਅਦ ਟਾਈਮ ਆਫ ਮੈਜ਼ਰਮੈਂਟ ਸਭ ਤੋਂ ਵੱਧ ਲੱਗਦਾ ਹੈ ਵੇਵਲੈਂਥ ਸਟੈਂਡਰਡ ਦੇ ਵਿੱਚ। ਇਹ ਕਾਫੀ ਕੰਪਲੈਕਸ ਹੁੰਦਾ। ਹੁਣ ਐਰਰ ਦੇ ਚਾਂਸਸ ਬਹੁਤ ਘੱਟ ਹੋ ਜਾਣਗੇ। ਪ੍ਰੋਸੈਸ ਡਿਫੀਕਲਟ ਹੈ, ਟ੍ਰੇਨਡ ਪਰਸਨਲ ਚਾਹੀਦਾ। ਤਾਂ ਜੇ ਤੁਹਾਨੂੰ ਪੁੱਛਿਆ ਜਾਂਦਾ ਹੈ ਵੀ ਇਹਨਾਂ ਤਿੰਨਾਂ ਸਟੈਂਡਰਡ ਦੇ ਵਿੱਚ ਕੀ ਡਿਫਰੈਂਸ ਹੈ ਤਾਂ ਤੁਸੀਂ ਇਸ ਤਰ੍ਹਾਂ ਆਂਸਰ ਦੇ ਸਕਦੇ ਹੋ ਇਸ ਟੇਬਲ ਦੇ ਅਕੋਰਡਿੰਗ। ਨੈਕਸਟ ਆ ਗਿਆ ਆਪਣੇ ਕੋਲ ਬਹੁਤ ਹੀ ਇੰਪੋਰਟੈਂਟ ਦੋ ਟਰਮਸ, ਐਕੂਰੇਸੀ ਐਂਡ ਪ੍ਰੀਸੀਜਨ। ਤਾਂ ਐਕੂਰੇਸੀ ਦਾ ਕੀ ਮਤਲਬ ਹੁੰਦਾ, ਆਪਾਂ ਪਹਿਲਾਂ ਵੀ ਜਿੱਦਾਂ ਡਿਸਕਸ ਕੀਤਾ। ਐਕੂਰੇਸੀ ਦਾ ਮਤਲਬ ਹੁੰਦਾ ਕਲੋਜ਼ਨੈਸ ਟੂ ਰੀਅਲ ਵੈਲਿਊ। ਜਿਹੜਾ ਇੰਸਟਰੂਮੈਂਟ, ਦੇਖੋ ਜਦੋਂ ਆਪਾਂ ਕਿਸੇ ਵੀ ਇੰਸਟਰੂਮੈਂਟ ਨਾਲ ਰੀਡਿੰਗ ਲੈਂਦੇ ਹਾਂ ਉਦੋਂ ਆਪਾਂ ਇੱਕ ਰੀਡਿੰਗ ਨਹੀਂ ਲੈਂਦੇ। ਫੋਰ ਐਗਜ਼ਾਮਪਲ ਤੁਸੀਂ ਇੱਕ ਬਾਰ ਦੀ ਲੈਂਥ ਮੈਜ਼ਰ ਕਰਨੀ ਹੈ ਤਾਂ ਆਮ ਤੌਰ 'ਤੇ ਤੁਸੀਂ ਉਹਦੀਆਂ 4 ਜਾਂ 5 ਰੀਡਿੰਗਸ ਲਾਓਗੇ। 4 ਜਾਂ 5 ਰੀਡਿੰਗਸ ਲੈ ਕੇ ਉਹਨਾਂ ਸਾਰੀਆਂ ਰੀਡਿੰਗਸ ਦਾ ਮੀਨ ਲੈ ਲਓਗੇ। ਤਾਂ ਜੇ ਉਹਨਾਂ ਸਾਰੀਆਂ ਰੀਡਿੰਗਸ ਦਾ ਮੀਨ ਉਹਦੀ ਰੀਅਲ ਵੈਲਿਊ ਦੇ ਬਰਾਬਰ ਹੈ ਤਾਂ ਆਪਾਂ ਕਹਾਂਗੇ ਵੀ ਇਹ ਇੰਸਟਰੂਮੈਂਟ ਐਕੂਰੇਟ ਹੈ। ਠੀਕ ਹੈ। ਪ੍ਰੀਸੀਜਨ ਕੀ ਹੁੰਦਾ, ਇੱਕ ਵੈਲਿਊ ਨੂੰ ਵਾਰੀ ਰਿਪੀਟ ਕਰਨਾ, ਸੇਮ ਵੈਲਿਊ ਰਿਪੀਟ ਕਰਨੀ। ਜਦੋਂ ਤੁਸੀਂ ਲੈਂਥ ਦੀ ਰੀਡਿੰਗ ਲੈ ਰਹੇ ਹੋ ਤਾਂ ਉਹ ਜੇ ਵਾਰੀ ਸੇਮ ਹੀ ਰੀਡਿੰਗ ਆ ਰਹੀ ਹੈ ਤਾਂ ਉਹਨੂੰ ਕਹਾਂਗੇ ਇਹ ਐਕੂਰੇਟ ਪ੍ਰੀਸਾਈਜ਼ ਹੈ। ਹੁਣ ਇਹਨੂੰ ਆਪਾਂ ਇੱਕ ਇਲਸਟ੍ਰੇਸ਼ਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਆਪਣੇ ਕੋਲ 3 ਨਿਸ਼ਾਨੇਬਾਜ਼ ਸੀ, ਨੰਬਰ 1, 2 ਐਂਡ 3। ਹੁਣ ਨੰਬਰ 1 ਇਜ਼ ਐਕੂਰੇਟ। ਵਾਈ ਇਟਸ ਐਕੂਰੇਟ? ਬਿਕੋਜ਼ ਜਦੋਂ ਤੁਸੀਂ ਇਹਦੇ ਸਾਰੇ ਨਿਸ਼ਾਨਿਆਂ ਦਾ ਮੀਨ ਲਾਓਗੇ ਤਾਂ ਉਹ ਆਲਮੋਸਟ सेंटर 'ਚ ਆ ਜਾਊਗਾ। ठीक है, तो वी से कि जो अपने को नंबर 1 है फिगर
ये एक्यूरेट सी निशानेबाज दा। नंबर 2 ते जिहड़ी फिगर है ਇਹਦਾ ਨਿਸ਼ਾਨੇਬਾਜ਼ ਐਕੂਰੇਟ ਤਾਂ ਸੀਗਾ ਬਟ ਇਹ ਸੌਰੀ ਜਿਹੜੀ ਨੰਬਰ 2 ਤੇ ਫਿਗਰ ਹੈ ਇਹਦਾ ਨਿਸ਼ਾਨੇਬਾਜ਼ ਪ੍ਰੀਸਾਈਜ਼ ਤਾਂ ਸੀਗਾ ਪਰ ਐਕੂਰੇਟ ਨਹੀਂ ਸੀ। ਕਿਉਂ? ਕਿਉਂਕਿ ਇਹਦੇ ਸਾਰੇ ਨਿਸ਼ਾਨੇ ਲੱਗੇ ਤਾਂ ਇੱਕੋ ਹੀ ਜਗ੍ਹਾ ਹੈ ਬਟ ਇਹ ਪ੍ਰੀਸਾਈਜ਼ ਨਹੀਂ, ਪ੍ਰੀਸਾਈਜ਼ ਹੈ ਬਟ ਇਹ ਐਕੂਰੇਟ ਨਹੀਂ ਕਿਉਂਕਿ ਇਹਦੇ ਨਿਸ਼ਾਨੇ ਟਾਰਗੇਟ ਤੋਂ ਆ ਸੀ, ਟਾਰਗੇਟ ਇੱਥੋਂ ਦੂਰ ਹੈ ਬਟ ਲੱਗੇ ਸਾਰੇ ਇੱਕੋ ਹੀ ਜਗ੍ਹਾ ਹੈ ਤਾਂ ਆਪਾਂ ਕਵਾਂਗੇ कि यह प्रिसाइज है बट एक्यूरेट नहीं। कि नंबर 1 वाला प्रिसाइज सी वो नहीं सी क्योंकि ये सारे निशाने दूर दूर लगे हुए हैं। जेड़ा 3 नंबर निशानेबाज सी ये निशाने लगे भी सेंटर ते है, एक्यूरेट भी है तो लगे भी नेड़े नेड़े है तो कहांगे कि तीजा निशानेबाज एक्यूरेट एंड प्रिसाइज है। तो अपने जेड़े इंस्ट्रूमेंट होंदे है आपां नूं एक्यूरेट एंड प्रिसाइज चाहिए हैं ताकि वो सेम रीडिंग नूं वारी वारी सही रीडिंग नूं रिपीट करन। नाउ सम मोर अदर इंपॉर्टेंट रिलेटेड टर्म्स ਜਿਹੜੀਆਂ कि M&I ਦੇ ਵਿੱਚ यूज़ ਹੁੰਦੀਆਂ। सब तो पहला सेंसिटिविटी। सेंसिटिविटी की है? इट इज़ द एबिलिटी ऑफ द इंस्ट्रूमेंट टू डिटेक्ट स्मॉल चेंजेस इन मेजर्ड क्वांटिटी। फॉर एग्जाम्पल मान लो तुसीं करंट मेजर कर रहे हो एमीटर दे नाल, एक सर्किट दे विच एमीटर लगा के तुसीं करंट मेजर कर रहे हो। मान लो तुसीं बैटरी तो करंट दिता होया है 5 एम्पीयर, ठीक है। हुण तुसीं उस करंट नूं सडनली घटा के 4.95 करता तो एमीटर दे विच कोई रीडिंग चेंज नहीं हुई। फिर तुसीं उहनूं थोड़ा जिहा होर घटाता सडनली 4.9 करता, हले भी कोई रीडिंग नहीं आई। बट जदों उहनूं तुसीं घटा के 4.8 करता तो उहदे विच 0.2 mm दी डिफ्लैक्शन आ गई। तो मतलब वो छोटी तो छोटी क्वांटिटी जिहड़ी तुसीं मेजर कर रहे हो उहदे विच छोटे तो छोटा चेंज जिहड़ा कि थोड़ा इंस्ट्रूमेंट डिटेक्ट कर सकता है, उन्होंने आप कहने सेंसिटिविटी ऑफ इंस्ट्रूमेंट। दैन इज लीस्ट काउंट। लीस्ट काउंट की होंदा है इंस्ट्रूमेंट दा स्केल ते जिहड़ी छोटी तो छोटी डिवीजन होंदी है उन्होंने आप की कहते हैं लीस्ट काउंट ऑफ इंस्ट्रूमेंट। दैन रिस्पॉन्स टाइम। रिस्पॉन्स टाइम इस तरह अंडरस्टैंड किया जा सकता है कि जिहड़ा टाइम निकल गया किदे विच तुसीं मान लो सडन चेंज इन क्वांटिटी बीइंग मेजर्ड, जिहनूं तुसीं क्वांटिटी नूं मेजर कर रहे हो उहदे विच तुसीं चेंज कीता ते उहदी रीडिंग एक्यूरेट चेंज होण च जिहड़ा समा लग गया उहनूं आपां कह सकते हैं रिस्पॉन्स टाइम। फॉर एग्जाम्पल तुसीं एक एमीटर नाल करंट मेजर कर रहे सी 5 एम्पीयर का करंट, तुसीं तुहाडा एमीटर 5 एम्पीयर करंट ते स्टेबल है। तुसीं करंट की वैल्यू नूं सडनली चेंज करके 25 एम्पीयर्स करता तो एक स्पाइक आऊगी करंट दे विच, तो जिहड़ा एमीटर है दा पॉइंटर है वो 18 तो जंप मार के 25 तक चला जाऊगा। हुण 25 ते जाके वो स्टेबल नहीं होगा, वो वाइब्रेट करूगा 25 दे अराउंड। तो जदों तक वो 25 ते सैटल नहीं हुंदा उदों तक जिहड़ा टाइम निकल गया उहनूं आपां कहांगे रिस्पॉन्स टाइम ऑफ द इंस्ट्रूमेंट। नैक्सट है कैलीब्रेशन। कैलीब्रेशन की होंदा जदों तुसीं आपदे इंस्ट्रूमेंट की एक्यूरेसी चैक करते हो टाइम टू टाइम, कोई भी इंस्ट्रूमेंट है उसकी एक्यूरेसी टाइम टू टाइम चैक करते हो एक स्टैंडर्ड सिग्नल दे के, से 5 एम्पीयर करंट का सिग्नल दे के तुसीं एमीटर नूं चैक करने की कोशिश की तो जे वो 5 के अराउंड ही दिखा रहा बिल्कुल घट फर्क ना विद इन योर डिज़ायर्ड लिमिट्स तो तुसीं कहोगे भी ये हले भी एक्यूरेट है। बट जे वो एक्यूरेट नहीं है तो तुसीं उहदी एडजस्टमेंट करके इंस्ट्रूमेंट दी उन्होंने बिल्कुल सही रीडिंग लैन ला दोगे। इहो जिहा तुसीं 4-5 पॉइंट से करोगे तो इनू कहते कैलीब्रेशन। नैक्सट आ गई इंटरचेंजेबिलिटी। तो जिवें कि आपां पहलां भी गल कीती सी कि जदों आपां कोई भी प्रोडक्ट बनाउने आ वो बिल्कुल सेम डायमेंशन का नहीं बनता। मान लो तुसीं 100 शाफ्ट ते 100 बेयरिंग्स का एक सैट बना रहे हो, तुसीं चाहुंदे हो भी कोई भी जिहड़ा बेयरिंग है उन्होंने किसी भी शाफ्ट ते लगा दिता जाए। तो जदों तुसीं ये अचीव कर लैंदे हो इनू कहने हो इंटरचेंजेबिलिटी।
ਇਹ ਇੰਟਰਚੇਂਜੇਬਿਲਟੀ ਕਿਦੋਂ ਪੋਸੀਬਲ ਹੈ, ਜਦੋਂ ਤੁਹਾਡੇ ਸਾਰੇ ਪਾਰਟਸ ਹੈ ਉਹ ਡਿਜ਼ਾਇਰਡ ਟੋਲਰੈਂਸ ਗ੍ਰੇਡ ਦੇ ਵਿੱਚ ਹੋਣਗੇ। ਜਿਹੜਾ ਇੱਕ ਲਾਸਟ ਇੰਪੋਰਟੈਂਟ ਡੈਫੀਨੇਸ਼ਨ ਕਰਾਂਗੇ ਆਪਾਂ, ਉਹ ਹੈਗੀ ਹੈ ਮੈਗਨੀਫਿਕੇਸ਼ਨ। ਮੈਗਨੀਫਿਕੇਸ਼ਨ ਕੀ ਹੈ? ਮੈਗਨੀਫਿਕੇਸ਼ਨ ਦਾ ਕੀ ਮਤਲਬ ਹੈ? ਜਿਹੜਾ ਤੁਹਾਡਾ ਆਊਟਪੁੱਟ ਸਿਗਨਲ ਆਇਆ, ਤੁਸੀਂ ਉਹਨੂੰ ਵੱਡਾ ਕਰਤਾ। ਫੋਰ ਐਗਜ਼ਾਮਪਲ ਜਿਵੇਂ ਆਪਾਂ ਮੈਗਨੀਫਾਈਂਗ ਗਲਾਸ ਯੂਜ਼ ਕਰਦੇ ਹਾਂ, ਤਾਂ ਮੈਗਨੀਫਾਈਂਗ ਗਲਾਸ ਨਾਲ ਆਪਾਂ ਬਰੀਕ ਟੈਕਸਟ ਨੂੰ ਵੀ ਵੱਡਾ ਕਰਕੇ ਪੜ੍ਹ ਸਕਦੇ ਹਾਂ। ਬਿਲਕੁਲ ਉਸੇ ਤਰ੍ਹਾਂ ਮੰਨ ਲਓ ਜਿਹੜਾ ਆਊਟਪੁੱਟ ਸਿਗਨਲ ਆ ਰਿਹਾ ਉਹ ਬਹੁਤ ਲੋ ਹੈ, ਤਾਂ ਆਪਾਂ ਉਹਨੂੰ ਮੈਗਨੀਫਾਈ ਕਰਕੇ ਦੇਖ ਸਕਦੇ ਹਾਂ। ਇਹਦੀ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਡਾਇਲ ਗੇਜ। ਡਾਇਲ ਗੇਜ ਦੇ ਵਿੱਚ ਇੱਕ ਕੰਪਲੀਟ ਰੋਟੇਸ਼ਨ ਵਾਸਤੇ, ਜਦੋਂ ਡਾਇਲ ਗੇਜ ਆਪਾਂ ਪੜਾਂਗੇ ਉਦੋਂ ਦੇਖਾਂਗੇ, ਡਾਇਲ ਗੇਜ ਦੀ ਇੱਕ ਕੰਪਲੀਟ ਰੋਟੇਸ਼ਨ ਵਾਸਤੇ, ਪੁਆਇੰਟਰ ਦੀ ਇੱਕ ਕੰਪਲੀਟ ਰੋਟੇਸ਼ਨ ਵਾਸਤੇ ਜਿਹੜੀ ਥੱਲੇ ਸਟਾਈਲਸ ਦੀ ਮੂਵਮੈਂਟ ਹੁੰਦੀ ਹੈ ਉਹ 1 mm ਹੁੰਦੀ ਹੈ। ਤਾਂ ਉਹਦੇ ਨਾਲ ਕੀ ਹੁੰਦਾ ਹੈ, ਆਪਣੀ ਰੀਡਿੰਗ ਮੈਗਨੀਫਾਈ ਹੋ ਜਾਂਦੀ ਹੈ ਅਤੇ ਆਪਾਂ ਬਹੁਤ ਈਜ਼ੀਲੀ ਆਪਾਂ ਰੀਡਿੰਗ ਨੋਟ ਕਰ ਸਕਦੇ ਹਾਂ। ਜਿਹੜੀ ਮੈਗਨੀਫਿਕੇਸ਼ਨ ਅਚੀਵ ਮਕੈਨੀਕਲੀ ਕੀਤੀ ਜਾਂਦੀ ਹੈ ਉਹ ਕੀਤੀ ਜਾਂਦੀ ਹੈ ਵਿਦ ਦ ਹੈਲਪ ਆਫ ਗੀਅਰਸ ਔਰ ਵਿਦ ਦ ਹੈਲਪ ਆਫ ਚੇਨ ਡਰਾਈਵਸ, ਕਿਉਂਕਿ ਚੇਨ ਡਰਾਈਵ ਦੇ ਵਿੱਚ ਸਲਿਪਿੰਗ ਜ਼ਿਆਦਾ ਹੁੰਦੀ ਹੈ, ਇਸ ਲਈ ਮੋਸਟਲੀ ਗੀਅਰਸ ਹੀ ਯੂਜ਼ ਕੀਤੇ ਜਾਂਦੇ ਆ। ਜਦੋਂ ਆਪਾਂ ਇਲੈਕਟ੍ਰੀਕਲ ਸਰਕਿਟ ਦੀ ਗੱਲ ਕਰਦੇ ਹਾਂ ਤਾਂ ਉਦੋਂ ਮੈਗਨੀਫਿਕੇਸ਼ਨ ਅਚੀਵ ਕੀਤੀ ਜਾਂਦੀ ਹੈ ਵਿਦ ਹੈਲਪ ਆਫ ਐਂਪਲੀਫਾਇਰ। ਨਾਓ ਨੈਕਸਟ ਟੌਪਿਕ ਇਸ ਚੈਪਟਰ ਦੇ ਵਿੱਚ ਜਿਹੜਾ ਆਪਾਂ ਡਿਸਕਸ ਕਰਾਂਗੇ ਉਹ ਹੈਗਾ ਐਰਰ। ਤਾਂ ਐਰਰ ਦੀ ਜੇ ਡੈਫੀਨੇਸ਼ਨ ਦੇਖੀ ਜਾਵੇ ਤਾਂ ਉਹ ਕੀ ਹੁੰਦੀ ਹੈ? ਡਿਫਰੈਂਸ, ਇਟ ਇਜ਼ ਦ ਡਿਫਰੈਂਸ ਬਿਟਵੀਨ ਮੈਜਰਡ ਵੈਲਿਊ ਐਂਡ ਟਰੂ ਵੈਲਿਊ, ਜਾਂ ਇਨ ਅਦਰ ਵਰਡਸ ਮੈਜਰ ਵੈਲਿਊ ਨੂੰ ਕੀ ਕਹਿ ਸਕਦੇ ਹਾਂ? ਦ ਵੈਲਿਊ ਡਿਸਪਲੇਡ ਬਾਏ ਦ ਇੰਸਟਰੂਮੈਂਟ। ਤਾਂ ਇਸ ਤੋਂ ਜੇ ਆਪਾਂ ਸਬਸਟਰੈਕਟ ਕਰ ਦਈਏ ਟਰੂ ਵੈਲਿਊ ਤਾਂ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਐਰਰ। ਤਾਂ ਐਰਰ ਹੁਣ ਇਹ ਗੱਲ ਬਹੁਤ ਕਲੀਅਰ ਹੈ, ਮੈਜਰਡ ਵੈਲਿਊ ਮਾਈਨਸ ਟਰੂ ਵੈਲਿਊ ਹੈ। ਤਾਂ ਐਰਰ ਜਿਹੜਾ ਹੈਗਾ ਉਹ ਪੋਜ਼ੀਟਿਵ ਵੀ ਹੋ ਸਕਦਾ ਅਤੇ ਨੈਗੇਟਿਵ ਵੀ ਹੋ ਸਕਦਾ। ਮੰਨ ਲਓ ਆਪਣੀ ਟਰੂ ਵੈਲਿਊ ਜਿਹੜੀ 25 mm ਹੈ ਸ਼ਾਫਟ ਦਾ ਡਾਇਆਮੀਟਰ, ਅਤੇ ਆਪਾਂ ਵਰਨੀਅਰ ਕੈਲੀਪਰ ਨਾਲ ਸ਼ਾਫਟ ਦਾ ਡਾਇਆਮੀਟਰ ਕਿਤੋਂ ਮੇਜਰ ਕੀਤਾ, ਉਹ ਆਇਆ 24.95 mm। ਤਾਂ ਐਰਰ ਕੀ ਹੋ ਗਿਆ? 24.95 ਮਾਈਨਸ 0.25, ਤਾਂ -0.05 mm। ਔਨ ਦਾ ਅਦਰ ਹੈਂਡ ਜੇ ਵਰਨੀਅਰ ਕੈਲੀਪਰ ਨਾਲ ਮੈਜਰ ਕੀਤਾ ਹੋਇਆ ਜਿਹੜਾ ਡਾਇਆਮੀਟਰ ਹੈ ਉਹ 25.05 ਆ ਗਿਆ, ਤਾਂ ਆਪਣਾ ਐਰਰ ਕਿੰਨਾ ਹੋ ਗਿਆ? 0.05 mm। ਹੁਣ ਐਰਰਸ ਬੇਸਿਕਲੀ ਦੋ ਟਾਈਪ ਦੇ ਹੁੰਦੇ ਆ। ਬਹੁਤ ਬੁੱਕਸ ਦੇ ਵਿੱਚ ਇਹਨਾਂ ਨੂੰ ਅਲੱਗ-ਅਲੱਗ ਕਲਾਸੀਫਾਈ ਕੀਤਾ ਜਾਂਦਾ ਹੈ, ਬਟ ਐਕਚੁਅਲ ਦੇ ਵਿੱਚ ਇਹ ਦੋ ਤਰ੍ਹਾਂ ਹੀ ਕਲਾਸੀਫਾਈ ਕੀਤੇ ਜਾ ਸਕਦੇ ਹਨ। ਇੱਕ ਹੁੰਦੇ ਆ ਸਿਸਟਮੈਟਿਕ ਐਰਰਸ ਅਤੇ ਇੱਕ ਹੁੰਦੇ ਆ ਰੈਂਡਮ ਐਰਰਸ। ਸਿਸਟਮੈਟਿਕ ਐਰਰਸ ਉਹ ਹੁੰਦੇ ਆ ਜਿਨ੍ਹਾਂ ਦਾ ਆਪਾਂ ਨੂੰ ਕੌਜ਼ ਨੋਨ ਹੋਵੇ। ਹੁਣ ਕਿਉਂਕਿ ਇਹਨਾਂ ਦਾ ਕੌਜ਼ ਆਪਾਂ ਨੂੰ ਨੋਨ ਹੈ, ਆਪਾਂ ਇਹਨਾਂ ਨੂੰ ਕੰਪਲੀਟਲੀ ਐਲੀਮੀਨੇਟ ਵੀ ਕਰ ਸਕਦੇ ਹਾਂ ਸਿਸਟਮ ਦੇ ਵਿੱਚੋਂ। ਜਿਹੜੇ ਰੈਂਡਮ ਐਰਰ ਹੁੰਦੇ ਆ ਇਹਨਾਂ ਦਾ ਆਪਾਂ ਨੂੰ ਰੀਜ਼ਨ ਨਹੀਂ ਪਤਾ ਹੁੰਦਾ, ਕਿਉਂਕਿ ਆਪਾਂ ਹਾਲੇ ਤੱਕ ਇਹ ਕਰੈਕਟਰਿਸਟਿਕ, ਕਿਉਂਕਿ ਇਹ ਕਰੈਕਟਰਿਸਟਿਕ ਐਰਰ ਹੁੰਦੇ ਆ, ਇਹ ਇੰਸਟਰੂਮੈਂਟ ਦੇ ਵਿੱਚ ਇਨਹੈਰੈਂਟ ਹੀ ਹੁੰਦੇ ਆ, ਇਹਨਾਂ ਨੂੰ ਆਪਾਂ ਰਿਮੂਵ ਨਹੀਂ ਕਰ ਸਕਦੇ। ਬਟ ਐਕਸਪੈਰੀਮੈਂਟਲੀ ਆਪਾਂ ਇਹਨਾਂ ਨੂੰ ਮਿਨੀਮਾਈਜ਼ ਜ਼ਰੂਰ ਕਰ ਸਕਦੇ ਹਾਂ, ਕਿਉਂਕਿ ਆਪਾਂ ਨੂੰ ਇਹਨਾਂ ਦੇ ਐਰਰਸ ਦਾ ਰੀਜ਼ਨ ਨਹੀਂ ਪਤਾ ਹੁੰਦਾ, ਤਾਂ ਇਹਨਾਂ ਨੂੰ ਐਲੀਮੀਨੇਟ ਕਰਨਾ ਬਹੁਤ ਔਖਾ ਔਰ ਕਹਿ ਸਕਦੇ ਹਾਂ ਇੰਪੋਸੀਬਲ ਹੈ। ਮੈਗਨੀਟਿਊਡ ਇਹਨਾਂ ਦਾ ਕੰਟਰੋਲ ਕੀਤਾ ਜਾ ਸਕਦਾ। ਨੈਕਸਟ ਆਪਾਂ ਕੁਝ ਸੋਰਸਿਸ ਆਫ ਐਰਰਸ ਦੇਖਦੇ ਹਾਂ। ਆਪਣੇ ਮੈਜਰਮੈਂਟ ਦੇ ਵਿੱਚ ਐਰਰਸ ਕਿਵੇਂ ਆ ਸਕਦੇ ਆ? ਤਾਂ ਡਿਫੈਕਟ ਇਨ ਇੰਸਟਰੂਮੈਂਟ, ਜਿਹੜਾ ਆਪਣਾ ਇੰਸਟਰੂਮੈਂਟ ਹੈ ਉਹ ਡਿਫੈਕਟਿਵ ਹੈ। ਐਡਜਸਟਮੈਂਟ ਆਫ ਇੰਸਟਰੂਮੈਂਟ, ਫੋਰ ਐਗਜ਼ਾਮਪਲ ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਦੇਵਾਂਗਾ। ਆਪਾਂ ਸਾਰੇ ਸਬਜ਼ੀ ਲੈਣ ਕਦੇ ਨਾ ਕਦੇ ਗਏ ਹੋਵਾਂਗੇ ਜਾਂ ਕੋਈ ਵੀ ਹੋਰ ਦੁਕਾਨ 'ਤੇ ਜਾਂਦੇ ਹਾਂ ਤਾਂ ਉੱਥੇ ਇਲੈਕਟ੍ਰੋਨਿਕ ਵੇਟ ਪਿਆ ਹੁੰਦਾ, ਠੀਕ ਹੈ। ਹੁਣ ਜੇ ਇਲੈਕਟ੍ਰੋਨਿਕ ਵੇਟ ਨੂੰ ਇੱਕ ਉਹਦੇ ਉੱਤੇ ਇੱਕ ਡਿਸ਼ ਰੱਖੀ ਹੁੰਦੀ ਹੈ ਜਿਹਦੇ ਵਿੱਚ ਉਹ ਤੋਲਦੇ ਹੈ ਕੋਈ ਕਿਸੇ ਵੀ ਚੀਜ਼ ਨੂੰ, ਤਾਂ ਉਸ ਡਿਸ਼ ਨੂੰ ਰੱਖ ਕੇ ਫਿਰ ਜ਼ੀਰੋ ਕਰਨਾ ਹੁੰਦਾ ਹੈ। ਜਿਹੜੀ ਉਹਦੀ ਰੀਡਿੰਗ ਹੈ ਉਹਨੂੰ ਡਿਸ਼ ਉੱਪਰ ਰੱਖ ਕੇ, ਵੇਇੰਗ ਬੈਲੈਂਸ ਦੇ ਉੱਪਰ ਰੱਖ ਕੇ ਫਿਰ ਜ਼ੀਰੋ ਕਰਨਾ ਹੁੰਦਾ ਹੈ।
ਅਦਰਵਾਈਜ਼ ਉਹ ਪਲੱਸ ਰੀਡਿੰਗ ਦੇਊਗਾ ਅਤੇ ਆਪਾਂ ਨੂੰ ਜਿਹੜੀ ਚੀਜ਼ ਹੈ ਉਹ ਘੱਟ ਮਿਲੂਗੀ। ਤਾਂ ਜੇ ਆਪਾਂ ਸੇਮ ਇੱਦਾਂ ਦੇ ਧਿਆਨ ਨਹੀਂ ਰੱਖਾਂਗੇ, ਐਡਜਸਟਮੈਂਟ ਇੰਸਟਰੂਮੈਂਟ ਦੀ ਨਹੀਂ ਕਰਾਂਗੇ ਆਪਣੀਆਂ ਰਿਕੁਆਇਰਮੈਂਟਸ ਦੇ ਅਕੋਰਡਿੰਗ, ਤਾਂ ਐਰਰ ਆਊਗਾ ਹੀ ਆਊਗਾ। ਦੈਨ ਇਨਪਰਫੈਕਸ਼ਨ ਇਨ ਇੰਸਟਰੂਮੈਂਟ ਡਿਜ਼ਾਈਨ, ਬੜੀ ਸਿੰਪਲ ਜੀ ਐਗਜ਼ਾਮਪਲ ਹੈ, ਤੁਸੀਂ ਸਾਰਿਆਂ ਨੇ ਡਰਾਫਟਰ ਯੂਜ਼ ਕੀਤਾ, ਤਾਂ ਕਈ ਵਾਰੀ ਡਰਾਫਟਰ ਜਿਹੜਾ ਹੈਗਾ ਉਹ ਐਗਜ਼ੈਕਟ 90 ਡਿਗਰੀ ਨਹੀਂ ਹੁੰਦਾ, ਥੋੜ੍ਹਾ ਬਹੁਤ ਫਰਕ ਹੁੰਦਾ ਉਹਦੇ ਸਕੇਲ ਦੇ ਵਿੱਚ, ਤਾਂ ਉਹਦੇ ਨਾਲ ਤੁਹਾਡੀ ਮੈਜ਼ਰਮੈਂਟ ਦੇ ਵਿੱਚ ਐਰਰ ਆ ਜਾਂਦਾ। ਦੈਨ ਇਜ਼ ਮੈਥਡ ਆਫ ਲੋਕੇਸ਼ਨ ਆਫ ਇੰਸਟਰੂਮੈਂਟ, ਤੁਸੀਂ ਜਿਹੜਾ ਇੰਸਟਰੂਮੈਂਟ ਹੈ ਫੋਰ ਐਗਜ਼ਾਮਪਲ ਤੁਸੀਂ ਐਂਗਲ ਮੈਸ਼ਰ ਕਰ ਰਹੇ ਹੋ ਬੈਵਲ ਪ੍ਰੋਟੈਕਟਰ ਦੇ ਨਾਲ, ਜਿਹਨੂੰ ਤੁਸੀਂ ਸਿੰਪਲ ਲੈਂਗੁਏਜ ਦੇ ਵਿੱਚ ਡੀ ਕਹਿੰਦੇ ਹੋ, ਠੀਕ ਹੈ। ਤਾਂ ਜਿਹੜਾ ਉਹਦਾ ਪੁਆਇੰਟ ਹੁੰਦਾ ਡੀ ਦਾ, ਜਿੱਥੋਂ ਮੈਜ਼ਰਮੈਂਟ ਕਰਨੀ ਹੁੰਦੀ ਹੈ, ਜਿਹੜੀ ਉਹਦੀ ਬੇਸ 'ਤੇ ਲਾਈਨ ਹੁੰਦੀ ਹੈ ਉਹ ਐਂਗਲ ਦੀ ਬੇਸ ਲਾਈਨ ਦੇ ਨਾਲ ਮੈਜ਼ਰ ਕਰਨੀ ਹੁੰਦੀ ਹੈ, ਅਤੇ ਦੂਸਰੀ ਨਾਲ ਬਿਲਕੁਲ ਅਲਾਈਨ ਕਰਨੀ ਹੁੰਦੀ ਹੈ। ਜਿਹੜੀ ਬੈਵਲ ਪ੍ਰੋਟੈਕਟਰ ਦੀ ਬੇਸ ਲਾਈਨ ਹੈ ਉਹ ਤੁਸੀਂ ਐਂਗਲ ਦੇ ਬੇਸ ਦੇ ਨਾਲ ਬਿਲਕੁਲ ਅਲਾਈਨ ਕਰਨੀ ਹੁੰਦੀ ਹੈ, ਫਿਰ ਤੁਸੀਂ ਮੈਜ਼ਰ ਕਰ ਸਕਦੇ ਹੋ। ਜੇ ਤੁਸੀਂ ਉਹਨੂੰ ਪ੍ਰੋਪਰਲੀ ਨਹੀਂ ਕੀਤਾ, ਤੁਸੀਂ ਉਸ ਇੰਸਟਰੂਮੈਂਟ ਨੂੰ ਪ੍ਰੋਪਰਲੀ ਰੋਕੇਟ ਨਹੀਂ ਕੀਤਾ, ਤਾਂ ਤੁਹਾਡਾ ਮੈਜ਼ਰਮੈਂਟ ਐਰਰ ਆ ਸਕਦਾ। ਨੈਕਸਟ ਆ ਗਿਆ ਆਪਣੇ ਕੋਲ ਇਨਵਾਇਰਮੈਂਟਲ ਇਫੈਕਟਸ। ਇਨਵਾਇਰਮੈਂਟਲ ਇਫੈਕਟਸ ਮੰਨ ਲਓ ਕੋਈ ਲਾਈਟ ਪ੍ਰੋਪਰ ਨਹੀਂ ਹੈ ਜਾਂ ਕੌਨਸਟੈਂਟ ਵਾਈਬ੍ਰੇਸ਼ਨ ਹੋ ਰਹੀ ਹੈ, ਤਾਂ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਐਰਰ ਆ ਸਕਦਾ ਹੈ। ਐਰਰ ਬਿਕੋਜ਼ ਆਫ ਪ੍ਰੋਪਰਟੀਜ਼ ਆਫ ਵਰਕਪੀਸ, ਵਰਕਪੀਸ ਦੀਆਂ ਪ੍ਰੋਪਰਟੀਜ਼ ਹੀ ਇਹੋ ਜਿਹੀਆਂ ਵੀ ਉਹ ਬਹੁਤ ਈਜ਼ੀਲੀ ਡਿਸਟੋਰਟ ਹੋ ਰਿਹਾ, ਤਾਂ ਮੈਜ਼ਰਮੈਂਟ ਦੇ ਵਿੱਚ ਐਰਰ ਆ ਚੁੱਕਾ। ਹੁਣ ਆਪਾਂ ਕੁਝ ਐਰਰਸ ਦੇਖਾਂਗੇ। ਸਭ ਤੋਂ ਪਹਿਲਾਂ ਆ ਗਿਆ ਰੀਡਿੰਗ ਐਰਰ। ਰੀਡਿੰਗ ਐਰਰ ਦੀ ਬਹੁਤ ਹੀ ਕਾਮਨ ਐਗਜ਼ਾਮਪਲ ਹੈਗੀ ਹੈ ਪੈਰਾਲੈਕਸ ਐਰਰ। ਤਾਂ ਪੈਰਾਲੈਕਸ ਐਰਰ ਕੀ ਹੁੰਦਾ, ਮੰਨ ਲਓ ਤੁਸੀਂ ਕੋਈ ਵੀ ਰੀਡਿੰਗ ਲੈ ਰਹੇ ਹੋ, ਜਦੋਂ ਤੁਸੀਂ ਉਹਨੂੰ ਬਿਲਕੁਲ ਸਾਹਮਣੇ ਤੋਂ ਨਹੀਂ ਲਓਗੇ, ਮਤਲਬ ਬਿਲਕੁਲ ਇਨ ਦ ਸੇਮ ਪਲੇਨ ਨਹੀਂ ਲਓਗੇ, ਤਾਂ ਤੁਹਾਡੀ ਜਿਹੜੀ ਰੀਡਿੰਗ ਹੈ ਉਹ ਸਹੀ ਨਹੀਂ ਆਊਗੀ। ਫੋਰ ਐਗਜ਼ਾਮਪਲ ਆਹ ਇੱਕ ਵਾਟਰ ਦਾ ਲੈਵਲ ਦੇਖਣਾ ਤੁਸੀਂ, ਜੇ ਤੁਸੀਂ ਇਹਨੂੰ ਬਿਲਕੁਲ ਵਰਟੀਕਲ ਪਲੇਨ ਚਲਾਓਗੇ, ਬਿਲਕੁਲ ਸਾਹਮਣੇ ਵਾਲੀ ਪਲੇਨ ਚਲਾਓਗੇ, ਤਾਂ ਇਹਦੀ ਟਰੂ ਵੈਲਿਊ ਆਊਗੀ 19.7 ml। ਤਾਂ ਜੇ ਇਹਨੂੰ ਤੁਸੀਂ ਉੱਪਰ ਜਾਂ ਨੀਚੋਂ ਦੇਖੋਗੇ ਤਾਂ ਇਹਦੀ ਵੈਲਿਊ ਕਿੰਨੀ ਆਊਗੀ 19.82 ਜਾਂ ਕੁਛ ਵੀ ਹੋਰ ਵੀ ਆ ਸਕਦੀ ਹੈ, ਡਿਪੈਂਡਿੰਗ ਅਪੋਨ ਤੁਸੀਂ ਕਿਹੜੇ ਐਂਗਲ ਤੋਂ ਦੇਖ ਰਹੇ ਹੋ। ਜਿਹੜਾ ਆਪਣਾ ਨੈਕਸਟ ਜਿਹੜਾ ਆਪਣਾ ਪਿੱਛੇ ਆਪਾਂ ਪੈਰਾਲੈਕਸ ਐਰਰ ਦੇਖਿਆ, ਇਹ ਕਿਹੜਾ ਹੋ ਗਿਆ, ਸਿਸਟਮੈਟਿਕ ਐਰਰ ਹੋ ਗਿਆ, ਕਿਉਂਕਿ ਇਹਨੂੰ ਆਪਾਂ ਐਲੀਮੀਨੇਟ ਕਰ ਸਕਦੇ ਹਾਂ। ਨੈਕਸਟ ਆ ਗਿਆ ਆਪਣਾ ਕਰੈਕਟਰਿਸਟਿਕ ਐਰਰ। ਇਹ ਕੀ ਹੈ, ਇਟ ਹੈਪਨਸ ਡਿਊ ਟੂ ਪਰਫਾਰਮੈਂਸ ਆਫ ਇੰਸਟਰੂਮੈਂਟ, ਜਾਂ ਇਹ ਕਹਿ ਸਕਦੇ ਹਾਂ ਇਹ ਇੰਸਟਰੂਮੈਂਟ ਦੇ ਵਿੱਚ ਇਨਹੈਰੈਂਟ ਹੈ, ਤਾਂ ਇਹ ਓਬਵੀਅਸਲੀ ਆਪਣਾ ਰੈਂਡਮ ਐਰਰ ਹੈ। ਇਹਦੀ ਇੱਕ ਐਗਜ਼ਾਮਪਲ ਹੈ ਹਿਸਟੈਰਿਸਿਸ। ਨਾਓ ਹਿਸਟੈਰਿਸਿਸ ਕੀ ਹੁੰਦਾ ਹੈ, ਮੰਨ ਲਓ ਤੁਸੀਂ ਇੱਕ ਪਿਸਟਨ ਸਿਲੰਡਰ ਲਿਆ ਹੋਇਆ, ਪਿਸਟਨ ਦੇ ਉੱਤੇ ਸਿਲੰਡਰ ਲਿਆ ਹੋਇਆ, ਸਿਲੰਡਰ ਦੇ ਉੱਤੇ ਪਿਸਟਨ ਫਿੱਟ ਹੈ ਅਤੇ ਉਹਦੇ ਉੱਪਰ ਇੱਕ ਸਪਰਿੰਗ ਅਟੈਚਡ ਹੈ। ਹੁਣ ਜਦੋਂ ਤੁਸੀਂ ਪ੍ਰੈਸ਼ਰ ਨੂੰ ਇਨਕਰੀਜ਼ ਕਰ ਰਹੇ ਹੋ, ਤਾਂ ਆਹ ਥੱਲੇ ਵਾਲੀ ਕਰਵ ਦੇ ਅਲੋਂਗ ਤੁਹਾਨੂੰ ਰੀਡਿੰਗਸ ਮਿਲਣਗੀਆਂ, ਬਟ ਜਦੋਂ ਤੁਸੀਂ ਉਹੀ ਸੇਮ ਪ੍ਰੈਸ਼ਰ ਨੂੰ ਰਿਲੀਜ਼ ਕਰੋਗੇ, ਤੁਹਾਨੂੰ ਉੱਪਰ ਵਾਲੀ ਕਰਵ ਦੇ ਅਲੋਂਗ ਰੀਡਿੰਗਸ ਮਿਲਣਗੀਆਂ। ਅਜਿਹਾ ਕਿਉਂ ਹੋਊਗਾ, ਕਿਉਂਕਿ ਸਿਲੰਡਰ ਦੇ ਉੱਤੇ ਜਿਹੜਾ ਸਪਰਿੰਗ ਲੱਗਿਆ ਹੋਇਆ ਉਹਨੇ ਕੁਛ ਐਨਰਜੀ ਪਰਮਾਨੈਂਟਲੀ ਸਟੋਰ ਕਰ ਲਈ ਆਪਦੇ ਵਿੱਚ, ਅਤੇ ਹੈਂਸ ਉਹਦੀਆਂ ਰੀਡਿੰਗਸ ਹੈ ਉਹ ਗਲਤ ਚੇਂਜ ਹੋ ਗਈਆਂ। ਤਾਂ ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਹਿਸਟੈਰਿਸਿਸ। ਹਿਸਟੈਰਿਸਿਸ ਇਜ਼ ਬੇਸਿਕਲੀ ਐਰਰ ਡਿਊ ਟੂ different loading and unloading curves of an instrument। ਤਾਂ ਇਹ ਹੈਗਾ ਆਪਣਾ ਕਰੈਕਟਰਿਸਟਿਕ ਐਰਰ, ਜਿਹਦੀ ਐਗਜ਼ਾਮਪਲ ਹਿਸਟੈਰਿਸਿਸ ਆਪਾਂ ਡਿਸਕਸ ਕੀਤੀ ਹੈ। ਨੈਕਸਟ ਆ ਗਿਆ ਆਪਣਾ ਐਨਵਾਇਰਮੈਂਟਲ ਐਰਰ। ਐਨਵਾਇਰਮੈਂਟਲ ਐਰਰ ਕਿਹੜੇ ਹੁੰਦੇ ਆ, ਜਿਹੜੇ ਐਨਵਾਇਰਮੈਂਟਲ ਨੋਇਜ਼ ਕਰਕੇ ਆਉਂਦੇ ਆ। ਫੋਰ ਐਗਜ਼ਾਮਪਲ ਜੇ ਤੁਸੀਂ ਕਰੰਟ ਮੈਸ਼ਰ ਕਰ ਰਹੇ ਹੋ, ਤਾਂ ਮੰਨ ਲਓ ਉੱਥੇ ਕੋਈ ਇਲੈਕਟ੍ਰੀਸਿਟੀ ਦੀ ਵਾਇਰ ਹੈ ਜਾਂ ਕੋਈ ਹੋਰ ਦੂਸਰਾ ਇੰਸਟਰੂਮੈਂਟ ਪਿਆ ਹੈ ਜਿਹੜਾ ਕਿ ਜਿਸ ਤੋਂ ਬਹੁਤ ਹਾਈ ਕਰੰਟ ਫਲੋ ਕਰ ਰਿਹਾ, ਤਾਂ ਜਦੋਂ ਹਾਈ ਕਰੰਟ ਫਲੋ ਕਰੂਗਾ ਤਾਂ ਉਹਦਾ ਇੱਕ ਮੈਗਨੈਟਿਕ ਫੀਲਡ ਹੋਊਗਾ। ਮੈਗਨੈਟਿਕ ਫੀਲਡ ਕਰਕੇ ਜਿਹੜਾ ਤੁਹਾਡਾ ਕਰੰਟ ਤੁਸੀਂ ਮੈਸ਼ਰ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਐਰਰ ਮਿਲੂਗਾ, ਜਾਂ ਫਿਰ ਕੌਨਸਟੈਂਟਲੀ ਵਾਈਬ੍ਰੇਸ਼ਨਸ ਹੋ ਰਹੀਆਂ, ਠੀਕ ਹੈ। ਵਾਈਬ੍ਰੇਸ਼ਨਸ ਕਰਕੇ ਜਿਹੜਾ ਤੁਸੀਂ ਲੀਨੀਅਰ ਮੈਜ਼ਰਮੈਂਟ ਕਰ ਰਹੇ ਹੋ ਉਹਦੇ ਵਿੱਚ ਤੁਹਾਡਾ ਸਕੇਲ ਹਿੱਲ ਰਿਹਾ, ਉਹਦੇ ਕਰਕੇ ਐਰਰ ਆ ਸਕਦਾ ਹੈ।
ਜਾਂ ਇਸ ਤਰ੍ਹਾਂ ਦਾ ਕੋਈ ਲਾਈਟਿੰਗ ਪ੍ਰੋਪਰ ਨਹੀਂ ਹੈ ਜਾਂ ਕੁਛ ਵੀ ਇੱਦਾਂ ਦਾ ਹੋਵੇ, ਟੈਂਪਰੇਚਰ ਜ਼ਿਆਦਾ ਹੈਗਾ ਤੁਹਾਡੇ ਲੈਬੋਰਟਰੀ ਦਾ, ਤਾਂ ਉਹਦੇ ਵਿੱਚ ਕੀ ਹੋਊਗਾ, ਤੁਹਾਡਾ ਜਿਹੜਾ ਇੰਸਟਰੂਮੈਂਟ ਹੈ ਉਹਦਾ ਜਿਹੜਾ ਮੈਟੈਲਿਕ ਪਾਰਟ ਹੈ ਉਹ ਐਕਸਪੈਂਡ ਕਰ ਜੂਗਾ। ਤਾਂ ਇੱਦਾਂ ਕਰਕੇ ਜਿਹੜੇ ਇਨਵਾਇਰਮੈਂਟ ਕਰਕੇ ਐਰਰਸ ਆਉਂਦੇ ਆ, ਇਹਨਾਂ ਨੂੰ ਕਿਹਾ ਜਾਂਦਾ ਹੈ ਇਨਵਾਇਰਮੈਂਟਲ ਐਰਰਸ। ਨੈਕਸਟ ਆ ਗਈ ਇੰਸਟਰੂਮੈਂਟ ਲੋਡਿੰਗ ਐਰਰਸ। ਹੁਣ ਜਦੋਂ ਐਕਸਟ੍ਰੀਮ ਪ੍ਰੈਸ਼ਰ ਕਰਕੇ ਜਿਹੜਾ ਇੰਸਟਰੂਮੈਂਟ ਹੈ ਉਹ ਡਿਸਟੋਰਟ ਹੋ ਜਾਂਦਾ ਹੈ, ਉਹਨੂੰ ਕਹਿੰਦੇ ਆ ਇੰਸਟਰੂਮੈਂਟ ਲੋਡਿੰਗ ਐਰਰ। ਫੋਰ ਐਗਜ਼ਾਮਪਲ ਇੱਥੇ ਸਟਾਈਲਸ ਹੈ, ਕਿਸੇ ਇੰਸਟਰੂਮੈਂਟ ਦਾ ਸਟਾਈਲਸ ਹੈ, ਜਦੋਂ ਵਰਕ ਪੀਸ ਦੇ ਨਾਲ ਸਟਰਾਈਕ ਕੀਤਾ ਤਾਂ ਇਹ ਉੱਪਰ ਦੀ ਲਾਈਨ ਦੇ ਹਿਸਾਬ ਨਾਲ ਇਹ ਡਿਫਾਰਮ ਹੋ ਗਿਆ। ਸਿਮਿਲਰਲੀ ਥੋੜ੍ਹਾ ਵਰਕ ਪੀਸ ਡਿਫਾਰਮ ਹੋ ਗਿਆ ਸਟਾਈਲਸ ਤੋਂ ਸੱਟ ਲੈ ਕੇ, ਤਾਂ ਇੱਕ ਐਰਰ ਬਣ ਗਿਆ, ਕੰਬਾਈਨਡ ਐਰਰ ਬਣ ਗਿਆ। ਇੱਕ ਵਰਕ ਪੀਸ ਡਿਫਾਰਮੇਸ਼ਨ ਹੋ ਗਈ, ਇੱਕ ਸਟਾਈਲਸ ਡਿਫਾਰਮੇਸ਼ਨ ਹੋ ਗਈ, ਅਤੇ ਦੋਨਾਂ ਦਾ ਇੱਕ ਕੰਬਾਈਨਡ ਐਰਰ ਬਣ ਗਿਆ। ਤਾਂ ਜਦੋਂ ਐਰਰ ਡਿਊ ਟੂ ਡਿਸਟੋਰਸ਼ਨ ਆਫ ਇੰਸਟਰੂਮੈਂਟ ਹੋਵੇ ਤਾਂ ਉਹਨੂੰ ਕਿਹਾ ਜਾਂਦਾ ਹੈ ਇੰਸਟਰੂਮੈਂਟ ਲੋਡਿੰਗ ਐਰਰ। ਨੈਕਸਟ ਆਪਣਾ ਲਾਸਟ ਟੌਪਿਕ ਹੈ ਸਟੈਂਡਰਡਾਈਜ਼ਿੰਗ ਆਰਗੇਨਾਈਜੇਸ਼ਨਸ। ਤਾਂ ਇਹਦੇ ਵਿੱਚ ਜਿਹੜੀ BIS ਬਿਊਰੋ ਆਫ ਇੰਡੀਅਨ ਸਟੈਂਡਰਡਸ, ਬਿਊਰੋ ਆਫ ਇੰਡੀਅਨ ਸਟੈਂਡਰਡਸ ਕੀ ਕਰਦਾ, ਤੁਸੀਂ ਕੋਈ ਵੀ ਪ੍ਰੋਡਕਟ ਲਿਆਉਂਦੇ ਹੋ ਜਿਹੜਾ ਕਿ ਇੱਕ ਖਾਣ ਪੀਣ ਵਾਲੇ ਪ੍ਰੋਡਕਟ ਹੁੰਦੇ ਆ, ਜਿਹੜੇ ਡੇਅਰੀ ਪ੍ਰੋਡਕਟਸ ਹੋ ਗਏ ਜਾਂ ਕਨਫੈਕਸ਼ਨਰੀ ਦੇ ਪ੍ਰੋਡਕਟਸ ਹੋ ਗਏ, ਉਹਨਾਂ ਲਈ ਸਟੈਂਡਰਡਾਈਜ਼ਿੰਗ ਆਰਗੇਨਾਈਜੇਸ਼ਨ ਅਲੱਗ ਹੈ FSSAI। ਬਟ ਅਦਰਵਾਈਜ਼ ਤੁਸੀਂ ਕੋਈ ਵੀ ਇਲੈਕਟ੍ਰੀਕਲ ਕੰਪੋਨੈਂਟ ਲੈਂਦੇ ਹੋ, ਇਲੈਕਟ੍ਰੋਨਿਕ ਕੰਪੋਨੈਂਟ ਲੈਂਦੇ ਹੋ, ਤਾਂ ਉਹਦਾ ਹਮੇਸ਼ਾ ਉਹਦੇ ਮਗਰ ਇੱਕ ISI ਦੀ ਸਟੈਂਪ ਲੱਗੀ ਹੁੰਦੀ ਹੈ। ਤੁਸੀਂ ਈਵਨ ਜੇ ਕੋਈ ਸੀਮੈਂਟ ਵੀ ਲੈਂਦੇ ਹੋ, ਉਹਦੀ ਵੀ ISI ਸਟੈਂਪ, ਉਹਦੇ ਜਿਹੜਾ ਪਲਾਸਟਿਕ ਬੈਗ ਹੁੰਦਾ ਜਾਂ ਪੋਲੀਪ੍ਰੋਪਿਲੀਨ ਬੈਗ ਹੁੰਦਾ, ਉਹਦੇ 'ਤੇ ਸਟੈਂਪ ਲੱਗੀ ਹੁੰਦੀ ਹੈ। ਤਾਂ ਉਹ ISI ਕੀ ਕਰਦਾ ਹੈ, ਇੰਡੀਅਨ ਸਟੈਂਡਰਡਸ ਕੀ ਕਰਦੇ ਆ, ਬਿਊਰੋ ਆਫ ਇੰਡੀਅਨ ਸਟੈਂਡਰਡਸ ਕੀ ਕਰਦਾ, ਇੱਕ ਸੈਟ ਆਫ ਸਟੈਂਡਰਡਸ ਬਣਾ ਸਕਦਾ। ਫੋਰ ਐਗਜ਼ਾਮਪਲ ਜੇ ਸੀਮੈਂਟ ਦੇ ਵਿੱਚ ਐਸ਼ ਮਿਕਸ ਕਰਨੀ ਹੈ ਤਾਂ ਉਹਦੇ ਨਾਲ ਮੈਕਸੀਮਮ ਕਿੰਨੀ ਐਸ਼ ਮਿਕਸ ਕੀਤੀ ਜਾ ਸਕਦੀ ਹੈ, ਉਹ ISI ਸਟੈਂਡਰਡਸ ਦੇ ਵਿੱਚ ਮੈਂਸ਼ਨਡ ਹੈ। ਜਿਹੜਾ ਇਲੈਕਟ੍ਰੋਨਿਕ ਬਲਬ ਹੈ ਉਹਦੇ ਫਿਲਾਮੈਂਟ ਦੇ ਵਿੱਚ ਟੰਗਸਟਨ ਫਿਲਾਮੈਂਟ ਦੀ ਮਿਨੀਮਮ ਥਿਕਨੈਸ ਕਿੰਨੀ ਹੋਣੀ ਚਾਹੀਦੀ ਹੈ। ਤਾਂ ਈਚ ਐਂਡ ਐਵਰੀ ਕੰਪੋਨੈਂਟ ਜਿਸ 'ਤੇ ISI ਲਿਖਿਆ ਹੋਇਆ, ਉਹਦੀ ਇੱਕ ਸੈਟ ਆਫ ਰੂਲਸ ਦੇ ਅਕੋਰਡਿੰਗ ਬਣਿਆ ਹੋਇਆ। ਉਹ ਰੂਲਸ ਕੌਣ ਦਿੰਦਾ ਹੈ, ਬਿਊਰੋ ਆਫ ਇੰਡੀਅਨ ਸਟੈਂਡਰਡਸ ਦਿੰਦਾ। ਤਾਂ ਪ੍ਰੈਕਟੀਕਲੀ ਜਿਹੜੀਆਂ ਐਪਲੀਕੇਸ਼ਨਸ ਹੁੰਦੀਆਂ ਇੰਡੀਅਨ ਸਟੈਂਡਰਡਸ ਨੂੰ ਲਾਗੂ ਕਰਵਾਉਣ ਦੀਆਂ ਪ੍ਰੋਡਕਟਸ ਦੇ ਵਿੱਚ, ਤਾਂ ਕਿ ਕੰਜ਼ਿਊਮਰ ਨੂੰ ਇੱਕ ਵਧੀਆ ਕੁਆਲਿਟੀ ਦਾ ਪ੍ਰੋਡਕਟ ਮਿਲੇ, ਤਾਂ ਉਹ ਕੌਣ ਕਰਦਾ ਹੈ, ਬਿਊਰੋ ਆਫ ਇੰਡੀਅਨ ਸਟੈਂਡਰਡਸ। ਨੈਕਸਟ ਆ ਗਿਆ NPL ਨੈਸ਼ਨਲ ਫਿਜ਼ੀਕਲ ਲੈਬੋਰਟਰੀ। ਇਹ ਕੀ ਕਾफ़ी ਸਾਰੀਆਂ ਲੈਬੋਰਟਰੀਜ਼ ਹੈ ਕਾफ़ੀ ਸਾਰੀ ਜਗ੍ਹਾ 'ਤੇ। ਇਹਨਾਂ ਦਾ ਕੰਮ ਹੈਗਾ ਰਿਸਰਚ ਓਰੀਐਂਟਡ, ਕੋਈ ਨਵਾਂ ਮੈਥਡ ਆਫ ਮੈਜਰਮੈਂਟ ਇਜਾਦ ਕਰਨਾ ਹੈ ਜਾਂ ਕੋਈ ਹੋਰ ਰਿਸਰਚ ਦੀ ਫੀਲਡ ਦੇ ਵਿੱਚ ਕੰਮ ਕਰਨਾ ਹੈ, ਤਾਂ ਉਹ ਕਰਦੀ ਹੈ NPL। ਤਾਂ NPL ਬੇਸਿਕਲੀ ਜਿਹੜੀ ਲੀਗਲ ਮੈਟਰੋਲੋਜੀ ਹੈ ਉਹਦੇ ਨਾਲ ਕੰਸਰਨ ਰੱਖਦੀ ਹੈ। ਲਾਸਟ ਆ ਗਈ IOIML ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਲੀਗਲ ਮੈਟਰੋਲੋਜੀ। ਹੁਣ ਇਹ ਇੰਸਟੀਟਿਊਸ਼ਨ ਬਿਲਕੁਲ ਸੇਮ ਉਹੀ ਕੰਮ ਕਰਦੀ ਹੈ ਜੋ ਨੈਸ਼ਨਲ ਫਿਜ਼ੀਕਲ ਲੈਬੋਰਟਰੀਜ਼ ਇੰਡੀਆ ਦੇ ਵਿੱਚ ਕਰਦੀਆਂ, ਬਟ OIML ਇਹ ਸੇਮ ਕੰਮ ਇੰਟਰਨੈਸ਼ਨਲ ਲੈਵਲ 'ਤੇ ਕਰਦੀ ਹੈ। ਇਹਦੇ ਨਾਲ ਆਪਣਾ ਫਸਟ ਚੈਪਟਰ ਕੰਪਲੀਟ ਹੁੰਦਾ ਹੈ। ਥੈਂਕ ਯੂ।